ਕਾਲਜ ਦੇ ਵਿੱਚ ਹੀ ਲੜ ਪਏ ਤੇ ਇੱਕ ਦੂਜੇ ਦੇ ਸੱਟਾਂ ਮਾਰੀਆਂ ਤੇ ਉਹਨਾਂ ਵਿੱਚੋਂ ਇੱਕ ਮੁੰਡੇ ਦਾ ਮੈਂ ਸਿਰ ਪਾੜਤਾ ਤੇ ਇਹਨਾਂ ਚੱਕਰਾਂ ਦੇ ਵਿੱਚ ਇੰਨਾ ਕਲੇਸ਼ ਵੱਧ ਗਏ ਕਿ ਕਾਲਜ ਤੋਂ ਤਾਂ ਸਸਪੈਂਡ ਹੋਇਆ ਹੀ ਹੋਇਆ ਤੇ ਇੱਕ ਵਾਰ ਪੁਲਿਸ ਵੀ ਚੁੱਕ ਕੇ ਲੈ ਗਈ। ਉੱਥੋਂ ਦਾ ਮਾਲਕ ਮੈਨੂੰ ਇੱਕ ਦਿਨ ਕਹਿੰਦਾ ਸਰਦਾਰ ਜੀ ਆਪ ਤਾਂ ਮੇਰੇ ਪਿੱਛੇ ਹੀ ਪੜ ਗਏ ਹੋ। ਮੈਨੂੰ ਇਹ ਲੱਗਣ ਲੱਗ ਪਿਆ ਕਿ ਜਾਂ ਤਾਂ ਮੈਂ ਆਪਣੀ ਸੈਲਫ ਰਿਸਪੈਕਟ ਰੱਖਾਂ ਤੇ ਜਾਂ ਇਹ ਨੌਕਰੀ ਰੱਖਾਂ। ਉਸ ਟਾਈਮ ਤੇ ਮੇਰਾ ਪੈਕੇਜ ਸੀ 28 ਲੱਖ ਰੁਪਏ ਦਾ ਕਿ ਜੇ ਮੈਂ ਆਪਣੀ ਦਸਤਾਰ ਨਹੀਂ ਸੰਭਾਲ ਸਕਿਆ, ਜੇ ਮੈਂ ਆਪਣੀ ਪੱਗ ਨੂੰ ਸੰਭਾਲ ਨਹੀਂ ਸਕਿਆ, ਸੜਕਾਂ ਤੇ ਰੋਲਣ ਲੱਗ ਪਿਆ ਤੇ ਫਿਰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਭਜੋਤ ਸਿੰਘ ਹੈ। ਮੈਂ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ। ਫਿਰੋਜ਼ਪੁਰ ਦੇ ਕਨਵੈਂਟ ਸਕੂਲ ਤੋਂ 10th ਕਰਕੇ ਮੈਂ +1 ਕਾਲਜ ਵਿੱਚ ਐਡਮਿਸ਼ਨ ਲੈ ਲਈ। ਐਡਮਿਸ਼ਨ ਲੈਂਦਿਆਂ ਨਾਲ ਹੀ ਮੈਨੂੰ ਇਹ ਲੱਗਣ ਲੱਗ ਪਿਆ ਕਿ ਜਿਵੇਂ ਮੈਨੂੰ ਆਜ਼ਾਦੀ ਮਿਲ ਗਈ ਹੋਵੇ ਘਰੋਂ। ਇੱਦਾਂ ਲੱਗਣ ਲੱਗ ਪਿਆ ਕਿ ਆਜ਼ਾਦੀ ਮਿਲ ਗਈ ਹੈ, ਹੁਣ ਅੱਗੇ ਵਧਿਆ ਜਾਏ ਜ਼ਿੰਦਗੀ ਦੇ ਵਿੱਚ। ਉਸ ਘੈਂਟ ਵੱਜਣ ਦੇ ਚੱਕਰਾਂ ਦੇ ਵਿੱਚ ਮੈਨੂੰ ਇਹ ਲੱਗਣ ਲੱਗ ਪਿਆ ਕਿ ਮੈਨੂੰ 4 ਲੋਕ ਜਾਣਨ ਤੇ ਮੈਨੂੰ ਘੈਂਟ ਲੋਕ ਕਹਿਣ। ਤੇ ਉਸ ਘੈਂਟ ਬਣਨ ਦੇ ਚੱਕਰਾਂ ਦੇ ਵਿੱਚ ਮੈਂ ਕਦੀ ਕਿਸੇ ਨਾਲ ਲੜ ਪੈਣਾ, ਕਦੀ ਕਿਸੇ ਨਾਲ ਲੜ ਪੈਣਾ, ਕਦੀ ਕਾਲਜ ਦੇ ਵਿੱਚ ਲੜ ਪੈਣਾ, ਕਦੀ ਕਾਲਜ ਤੋਂ ਬਾਹਰ ਲੜ ਪੈਣਾ, ਕਦੀ ਗਲੀ 'ਚ ਲੜ ਪੈਣਾ, ਕਦੀ ਕਿਸੇ ਦੇ ਮੁਹੱਲੇ ਲੜ ਪੈਣਾ, ਕਦੀ ਸਿਰ ਪਾੜ ਲੈਣਾ ਤੇ ਕਦੀ ਸਿਰ ਪੜਵਾ ਲੈਣਾ। ਇੱਕ ਵਾਰ ਦੀ ਗੱਲ ਹੈ, ਮੈਂ ਤੇ ਮੇਰਾ ਦੋਸਤ ਅਸੀਂ ਕਾਲਜ ਦੇ ਵਿੱਚ ਬੈਠੇ ਸੀ ਤੇ ਉੱਥੇ 4-5 ਲੋਕ ਦੂਸਰੇ ਗਰੁੱਪ ਦੇ ਆ ਕੇ ਬੈਠੇ ਤੇ ਸਿਰਫ ਅੱਖ ਮਿਲਣ ਕਰਕੇ ਇੱਕ ਦੂਜੇ ਨੂੰ ਅਸੀਂ ਪੁੱਛ ਲਿਆ ਵੀ ਤੂੰ ਕੀ ਚਾਹੁੰਦਾ ਬਈ, ਤੇ ਉਹ ਕਹਿੰਦਾ ਤੂੰ ਕੀ ਚਾਹੁੰਦਾ, ਤੇ ਗੱਲ ਇੰਨੀ ਵੱਧ ਗਈ ਕਿ ਹੱਥੋਂ ਪਾਈ ਤੇ ਆ ਗਈ। ਕਾਲਜ ਦੇ ਵਿੱਚ ਹੀ ਲੜ ਪਏ ਤੇ ਇੱਕ ਦੂਜੇ ਦੇ ਸੱਟਾਂ ਮਾਰੀਆਂ ਤੇ ਉਹਨਾਂ ਵਿੱਚੋਂ ਇੱਕ ਮੁੰਡੇ ਦਾ ਮੈਂ ਸਿਰ ਪਾੜਤਾ। ਗੱਲ ਇੰਨੀ ਵੱਧ ਗਈ ਕਿ ਕਾਲਜ ਦੇ ਪ੍ਰਿੰਸੀਪਲ ਤੱਕ ਗੱਲ ਪਹੁੰਚ ਗਈ ਤੇ ਕਾਲਜ ਤੋਂ ਸਸਪੈਂਡ ਤੇ ਹੋਇਆ ਹੀ ਹੋਇਆ ਤੇ ਬਸ ਪਰਚਾ ਪੈਂਦਾ ਹੀ ਬਚ ਗਿਆ। ਇੱਦਾਂ ਲੜਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਤੇ ਇਹਨਾਂ ਚੱਕਰਾਂ ਦੇ ਵਿੱਚ ਇੰਨਾ ਕਲੇਸ਼ ਵੱਧ ਗਏ ਕਿ ਕਾਲਜ ਤੋਂ ਤਾਂ ਸਸਪੈਂਡ ਹੋਇਆ ਹੀ ਹੋਇਆ ਤੇ ਇੱਕ ਵਾਰ ਪੁਲਿਸ ਵੀ ਚੁੱਕ ਕੇ ਲੈ ਗਈ। ਤੇ ਇਹਨਾਂ ਚੱਕਰਾਂ ਦੇ ਵਿੱਚ ਲੰਘਦੇ ਇੱਕ ਦਿਨ ਰਾਜੀਨਾਮਾ ਕਰਨ ਵਾਸਤੇ ਕਿਸੇ ਦੇ ਘਰ ਗਏ। ਉੱਥੇ ਮੇਰੇ ਫਾਦਰ ਨੇ ਮੈਨੂੰ ਕਿਹਾ ਕਿ ਤੂੰ ਅੱਧੇ ਘੰਟੇ ਬਾਅਦ ਆਈ। ਮੈਂ ਅੱਧਾ ਘੰਟਾ ਬਾਅਦ ਉੱਥੇ ਪਹੁੰਚਿਆ ਤੇ ਕੀ ਦੇਖਦਾ, ਮੇਰੇ ਫਾਦਰ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਤੇ ਮੈਨੂੰ ਥੋੜ੍ਹਾ ਅੰਦਰੋਂ ਦਿਲ ਟੁੱਟਿਆ ਵੀ ਕੀ ਇੱਦਾਂ ਗੱਲ ਹੋ ਗਈ। ਉਹਨਾਂ ਨੇ ਉੱਥੇ ਬੈਠ ਕੇ ਮੇਰੇ ਫਾਦਰ ਨੂੰ ਕਿਹਾ ਕਿ ਮੁੰਡਾ ਤੁਹਾਡਾ ਵਿਗੜ ਗਿਆ ਜੀ, ਇਹ ਹੁਣ ਨਹੀਂ ਤੁਹਾਡੇ ਹੱਥ ਆਉਂਦਾ। ਤੇ ਮੈਨੂੰ ਉੱਥੇ ਬਿਠਾ ਕੇ ਉਹਨਾਂ ਨੇ ਗੱਲ ਕਹੀ, ਜਿਹੜੇ ਸਕੂਲ 'ਚ ਤੂੰ ਪੜ੍ਹਿਆ, ਜਿਹੜੇ ਕਾਲਜ 'ਚ ਤੂੰ ਪੜ੍ਹਦਾ ਪਿਆ, ਉੱਥੇ ਇਹ ਕੰਮ ਤਾਂ ਸਿਖਾਉਂਦੇ ਨਹੀਂ, ਤੂੰ ਇਹ ਕੰਮ ਕਿੱਥੋਂ ਸਿੱਖ ਲਏ। ਉਹਨਾਂ ਲੜਾਈਆਂ ਝਗੜਿਆਂ ਵਿੱਚ ਕਰਦੇ ਇੱਕ ਵਾਰ ਇੱਦਾਂ ਦਾ ਇੰਸੀਡੈਂਟ ਹੋ ਗਿਆ ਕਿ ਮੇਰੀ ਲੜਾਈ ਹੋ ਗਈ ਤੇ ਮੇਰਾ ਪਟਕਾ ਸੜਕ ਦੇ ਉੱਤੇ ਡਿੱਗ ਪਿਆ। ਖੈਰ ਲੜਾਈ ਤਾਂ ਖਤਮ ਹੋ ਗਈ, ਪਟਕਾ ਚੁੱਕ ਕੇ ਮੈਂ ਆਪਣੇ ਘਰ 'ਤੇ ਆ ਗਿਆ, ਪਰ ਮੈਨੂੰ ਇਹ ਬੜਾ ਚੁਭਿਆ ਅੰਦਰੋਂ ਕਿ ਜੇ ਮੈਂ ਆਪਣੀ ਦਸਤਾਰ ਨਹੀਂ ਸੰਭਾਲ ਸਕਿਆ, ਜੇ ਮੈਂ ਆਪਣੀ ਪੱਗ ਨੂੰ ਸੰਭਾਲ ਨਹੀਂ ਸਕਿਆ, ਸੜਕਾਂ 'ਤੇ ਰੋਲਣ ਲੱਗ ਪਿਆ ਤੇ ਫਿਰ ਮੇਰੇ ਹੋਣ ਦਾ ਫਾਇਦਾ ਨਹੀਂ ਹੈ। ਉਸ ਇੱਕ ਪਰਟੀਕੂਲਰ ਇੰਸੀਡੈਂਟ ਨੇ ਮੈਨੂੰ ਅੰਦਰੋਂ ਬਹੁਤ ਝੰਜੋੜ ਕੇ ਰੱਖ ਦਿੱਤਾ ਤੇ ਮੈਂ ਉਹਨਾਂ ਦਿਨਾਂ ਤੋਂ ਹੀ ਸੋਚਣਾ ਸ਼ੁਰੂ ਕਰਤਾ ਕਿ ਵੀ ਇਹਨਾਂ ਕਲੇਸ਼ਾਂ ਤੋਂ ਹੁਣ ਬਾਹਰ ਨਿਕਲਣਾ ਹੀ ਜ਼ਰੂਰੀ ਹੈ। ਉਸ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਬਦਲਾਅ ਆਇਆ। ਮੈਨੂੰ ਇਹ ਲੱਗਣ ਲੱਗ ਪਿਆ ਕਿ ਇਹ ਕੰਮ ਮਾੜੇ ਨੇ, ਇਹਨਾਂ ਕੰਮ ਤੋਂ ਦੂਰ ਹੋਇਆ ਜਾਏ। ਤੇ ਮੈਂ ਉੱਥੇ ਫਿਰੋਜ਼ਪੁਰ ਸਾਡੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਜਮਨੀ ਸਾਹਿਬ, ਉੱਥੇ ਗਿਆ। ਉੱਥੇ ਜਾ ਕੇ ਮੈਂ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ, ਮੈਂ ਇਸ ਜਗ੍ਹਾ ਤੋਂ ਨਿਕਲਣਾ ਚਾਹੁੰਦਾ, ਮੈਂ ਇਸ ਦਲਦਲ ਤੋਂ ਨਿਕਲਣਾ ਚਾਹੁੰਦਾ ਤੇ ਕਿਰਪਾ ਕਰਕੇ ਮੇਰੀ ਮਦਦ ਕਰੋ, ਮੈਂ ਵੀ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਖੈਰ ਉੱਥੋਂ ਅਰਦਾਸ ਕਰਕੇ ਨਿਕਲਿਆ। 1-2 ਦਿਨਾਂ ਬਾਅਦ ਮੈਂ ਸੜਕ 'ਤੇ ਜਾ ਰਿਹਾ ਸੀ ਤੇ ਸੜਕ 'ਤੇ ਜਾਂਦੇ ਇੱਕ ਮੁੰਡੇ ਦੀ ਅੱਖਾਂ ਵਿੱਚ ਅੱਖਾਂ ਪੈ ਗਈਆਂ। ਮੈਨੂੰ ਕਹਿੰਦਾ ਹਾਂ ਕੀ ਝਾਕਦਾ ਤੂੰ? ਮੈਂ ਕਿਹਾ ਜੀ ਕੁਛ ਨਹੀਂ। ਜਦੋਂ ਮੈਂ ਕਿਹਾ ਕੁਛ ਨਹੀਂ ਕਹਿ ਕੇ ਅੱਗੇ ਵਧਿਆ, ਉਦੋਂ ਲੜਾਈ ਟਲ ਗਈ ਤੇ ਮੈਨੂੰ ਇਹ ਲੱਗਣ ਲੱਗ ਪਿਆ ਕਿ ਮੇਰੀ ਅਰਦਾਸ ਸੁਣੀ ਗਈ। ਉਹ ਦਿਨ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਲੜਾਈਆਂ ਵੱਲ ਨਹੀਂ ਦੇਖਿਆ ਤੇ ਮੇਰੀ ਕੋਈ ਕਲੇਸ਼ ਨਹੀਂ ਪਿਆ, ਕੋਈ ਝਗੜਾ ਨਹੀਂ ਹੋਇਆ ਤੇ ਮੈਂ ਫਿਰੋਜ਼ਪੁਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਐਡਮਿਸ਼ਨ ਲੈ ਲਈ। ਐਡਮਿਸ਼ਨ ਲੈਣ ਤੋਂ ਬਾਅਦ ਉੱਥੇ 4 ਸਾਲ ਸ਼ਾਂਤੀ ਨਾਲ ਇੰਜੀਨੀਅਰਿੰਗ ਕੀਤੀ। ਉੱਥੇ ਬਹੁਤ ਚੰਗੇ ਦੋਸਤਾਂ ਨਾਲ ਮੇਰਾ ਵਾਹ ਪਿਆ, ਬਹੁਤ ਚੰਗੇ ਮੁੰਡਿਆਂ ਨਾਲ ਵਾਹ ਪਿਆ ਤੇ ਅੱਜ ਤੱਕ ਉਹ ਮੇਰੇ ਨਾਲ ਖੜ੍ਹਦੇ ਨੇ। ਜਦੋਂ ਕਿਤੇ ਲੋੜ ਪੈਂਦੀ ਹੈ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਖੜ੍ਹਦੇ। ਖੈਰ ਜਦੋਂ ਇੰਜੀਨੀਅਰਿੰਗ ਕੰਪਲੀਟ ਹੋ ਗਈ, ਫਿਰ ਇੰਜੀਨੀਅਰਿੰਗ ਦੇ ਬਾਅਦ ਨੌਕਰੀ ਦੀ ਜਦੋਜਹਿਦ ਸ਼ੁਰੂ ਹੋ ਗਈ। ਪਹਿਲਾਂ ਮੈਂ ਸੋਚਿਆ ਕਿ ਚਲੋ ਫਿਰੋਜ਼ਪੁਰ ਦੇ ਵਿੱਚ ਨੌਕਰੀ ਟਰਾਈ ਕਰਦੇ ਹਾਂ, ਆਪਣਾ ਘਰ ਆ ਇੱਥੇ ਰਹਿੰਦੇ ਹਾਂ, ਪਰ ਫਿਰੋਜ਼ਪੁਰ ਵਿੱਚ ਨੌਕਰੀ ਸੀ ਨਹੀਂ। ਫਿਰ ਬਾਹਰ ਦਾ ਟਰਾਈ ਕਰਨ ਲੱਗ ਪਏ ਤੇ ਰੋਜ਼ ਸਾਈਬਰ ਕੈਫੇ ਜਾਣਾ, ਸਾਈਬਰ ਕੈਫੇ ਜਾ ਕੇ ਉੱਥੋਂ ਵਾਪਸ ਆ ਜਾਣਾ, ਅਪਲਾਈ ਕਰਨਾ ਨੌਕਰੀ, ਪਰ ਨੌਕਰੀ ਕੋਈ ਮਿਲਣੀ ਨਹੀਂ, ਕਿਸੇ ਨੇ ਕੋਈ ਬੁਲਾਇਆ ਨਹੀਂ। ਇੱਕ ਦਿਨ ਮੈਂ ਆਪਣੇ ਫਾਦਰ ਨੂੰ ਕਿਹਾ ਕਿ ਮੈਨੂੰ 100 ਰੁਪਏ ਦੇ ਦਿਓ। ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਪ੍ਰਾਪਰਟੀ ਦਾ ਕੰਮ ਥੋੜ੍ਹਾ ਠੀਕ ਠਾਕ ਜਿਹਾ ਸੀ ਤੇ ਸ਼ਾਇਦ ਉਹਨਾਂ ਦਾ ਮੂਡ ਵੀ ਠੀਕ ਨਹੀਂ ਸੀ। ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਇੱਕ ਤਾਂ ਤੂੰ ਮੈਨੂੰ ਲੈ ਲੱਥਾਂ ਤੇ ਨੌਕਰੀ ਕੋਈ ਕਰਦਾ ਨਹੀਂ। ਮੈਂ ਕਿਹਾ ਜੀ ਚਲੋ ਠੀਕ ਹੈ, ਕੋਸ਼ਿਸ਼ ਕਰਾਂਗੇ। ਉਸ ਦਿਨ ਮੈਨੂੰ ਬਹੁਤ ਬੁਰਾ ਲੱਗਿਆ। ਮੈਂ 1-2 ਦਿਨਾਂ ਦੇ ਵਿੱਚ ਆਪਣਾ ਬੈਗ ਪੈਕ ਕੀਤਾ। ਬੈਗ ਪੈਕ ਕਰਕੇ ਮੈਂ ਸਿੱਧਾ ਆਪਣੇ ਦੋਸਤ ਕੋਲ ਚੰਡੀਗੜ੍ਹ ਚਲਾ ਗਿਆ। ਚੰਡੀਗੜ੍ਹ
ਰਸਤੇ ਵਿੱਚ ਹੀ ਸੀ, ਅਜੇ ਬੱਸ ਸਟੈਂਡ ਪਹੁੰਚਿਆ ਸੀ, ਉੱਥੇ ਮੈਂ ਇੱਕ ਰਿਕਰੂਟਮੈਂਟ ਏਜੰਸੀਜ਼ ਦੀ ਬੁੱਕ ਮਿਲਦੀ ਸੀ ਉੱਥੇ, ਜਿੱਥੇ ਪੂਰੇ ਇੰਡੀਆ ਦੀ ਰਿਕਰੂਟਮੈਂਟ ਏਜੰਸੀਜ਼ ਦੇ ਨਾਮ, ਨੰਬਰ ਅਤੇ ਐਡਰੈਸ ਹੁੰਦੇ ਸੀ। ਉਹ ਬੁੱਕ ਮੈਂ ਲੈ ਲਈ, ਆਪਣੇ ਰਿਜ਼ਿਊਮੇ ਦੀਆਂ 50 ਕਾਪੀਆਂ ਕਰਵਾ ਲਈਆਂ ਮੈਂ। ਉਹ 50 ਕਾਪੀਆਂ ਕਰਵਾ ਕੇ ਆਪਣੇ ਦੋਸਤ ਦਾ ਸਕੂਟਰ ਮੰਗ ਕੇ ਮੈਂ ਚੰਡੀਗੜ੍ਹ ਦੀ ਸੜਕਾਂ ਦੇ ਉੱਤੇ ਇਸ ਤਰੀਕੇ ਆਪਣਾ ਰਿਜ਼ਿਊਮੇ ਵੰਡਿਆ ਕਿ ਜਿਵੇਂ ਸੜਕਾਂ ਦੇ ਉੱਤੇ ਲੋਕ ਇਸ਼ਤਿਹਾਰ ਵੰਡਦੇ ਹੋਣ। ਖੈਰ 2-3 ਦਿਨ ਲੰਘੇ, ਕਿਸੇ ਇੱਕ ਕੰਪਨੀ ਦਾ ਫ਼ੋਨ ਆਇਆ, ਮੈਨੂੰ ਕਹਿੰਦੇ ਜੀ ਗੁੜਗਾਉਂ ਦੇ ਕਾਲ ਸੈਂਟਰ ਵਾਸਤੇ ਇੰਟਰਵਿਊ ਚੱਲਦੀਆਂ ਪਈਆਂ, ਤੁਸੀਂ ਇੱਥੇ ਆਓ ਅਤੇ ਇੰਟਰਵਿਊ ਦਿਓ। ਇੰਟਰਵਿਊ ਦੇਣ ਮੈਂ ਪਹੁੰਚਿਆ, ਕੌਨਵੈਂਟ ਸਕੂਲ 'ਚ ਪੜ੍ਹਿਆ ਸੀ, ਇੰਗਲਿਸ਼ ਮੇਰੀ ਠੀਕ ਸੀ, ਇਸ ਕਰਕੇ ਉਹ ਕਹਿੰਦੇ ਵੀ ਤੁਸੀਂ ਜੁਆਇਨਿੰਗ ਕਰਨ ਸਾਡੇ ਕੋਲ ਗੁੜਗਾਉਂ ਆਓ। ਗੁੜਗਾਉਂ ਦੇ ਵਿੱਚ 5 ਸਤੰਬਰ 2005 ਨੂੰ ਮੈਂ ਗੁੜਗਾਉਂ ਇੱਥੇ ਪਹੁੰਚਿਆ। ਗੁੜਗਾਉਂ ਪਹੁੰਚ ਕੇ ਅਤੇ ਮੈਂ ਜੁਆਇਨਿੰਗ ਕੀਤੀ। ਪਹਿਲੀ ਹੀ ਸ਼ਿਫਟ ਜਿਹੜੀ ਮੇਰੀ ਲੱਗੀ, ਉਹ ਮੇਰੀ ਸ਼ਿਫਟ ਲੱਗੀ ਸੀ ਗ੍ਰੇਵਯਾਰਡ ਸ਼ਿਫਟ, ਜਿਹੜੀ ਕਿ ਸੀ ਰਾਤੀ 1:30 ਵਜੇ ਤੋਂ ਸਵੇਰੇ 11:30 ਤੱਕ। ਇਹ ਸ਼ਿਫਟ ਕਰਨ ਤੋਂ ਬਾਅਦ ਖੈਰ ਨੌਕਰੀ ਸੀ, ਇਸ ਕਰਕੇ ਨਖਰਾ ਕੀਤਾ ਨਹੀਂ, ਚੁੱਪ ਕਰਕੇ ਆਪਣਾ ਨੌਕਰੀ ਕਰਦਾ ਰਿਹਾ। ਸਮਾਂ ਚੇਂਜ ਹੋਇਆ, ਸ਼ਿਫਟ ਵੀ ਮੇਰੀ ਚੇਂਜ ਹੋਈ, ਅਤੇ ਫਿਰ ਮੈਨੂੰ ਅੰਦਰੋਂ ਲੱਗਣ ਲੱਗ ਪਿਆ ਕਿ ਨੌਕਰੀ ਇੱਕ ਦਿਨ ਦੀ ਕੀਤੀ ਜਾਏ, ਜਿੱਥੇ ਦਿਨੇ ਕੰਮ ਕੀਤਾ ਜਾਏ। ਦਿਨੇ ਕੰਮ ਕਰਨ ਦੇ ਚੱਕਰਾਂ 'ਚ ਮੇਰਾ ਇੱਕ ਦੋਸਤ ਨੂੰ ਪੁੱਛਿਆ ਕਿ ਮੈਂ ਕੀ ਕੀਤਾ ਜਾਏ। ਉਹਦਾ ਭਰਾ ਸਾਡੇ ਕੋਲ ਰੂਮ 'ਚ ਆਇਆ ਅਤੇ ਮੈਨੂੰ ਕਹਿੰਦਾ ਕਿ ਅੱਜ ਕੱਲ੍ਹ ਨਾ SAP ਕੰਸਲਟੈਂਟ ਦੀ ਬੜੀ ਡਿਮਾਂਡ ਹੈ ਮਾਰਕੀਟ ਦੇ ਵਿੱਚ, ਤੂੰ SAP ਕੋਰਸ ਕਰ। ਉਹਦੇ 'ਤੇ ਰਿਸਰਚ ਕੀਤੀ, ਰਿਸਰਚ ਕਰਨ ਤੋਂ ਬਾਅਦ ਇੱਕ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਲੈ ਲਈ। ਉਹ ਐਡਮਿਸ਼ਨ ਲੈ ਲਈ, ਉਹ ਸੁਬਾਹ ਜਾਣਾ ਹੁੰਦਾ ਸੀ ਸਵੇਰੇ 9 ਵਜੇ ਤੋਂ ਸ਼ਾਮੀ 5 ਵਜੇ ਤੱਕ, ਅਤੇ ਸ਼ਾਮੀ 5:30 ਤੋਂ 2:30 ਮੇਰੀ ਸ਼ਿਫਟ ਹੁੰਦੀ ਸੀ। ਥੋੜ੍ਹੇ ਦਿਨ ਇੱਦਾਂ ਕੀਤਾ, ਸਵੇਰੇ 9 ਵਜੇ ਜਾਣਾ ਪਹਿਲਾਂ ਇੰਸਟੀਟਿਊਟ, ਜਾ ਕੇ ਪਹਿਲਾਂ ਪੜ੍ਹਾਈ ਕਰਨੀ, ਪੜ੍ਹਾਈ ਕਰਨ ਤੋਂ ਬਾਅਦ ਫਿਰ ਸ਼ਾਮੀ 5:30 ਤੋਂ 2:30 ਵਜੇ ਤੱਕ ਫਿਰ ਦੁਬਾਰਾ ਵਾਪਸ ਆਉਣਾ। ਜਦੋਂ ਵਾਪਸ ਆਏ ਅਤੇ ਮੈਨੂੰ ਇਹ ਲੱਗਣ ਲੱਗ ਪਿਆ ਕਿ ਯਾਰ ਮੇਰੀ ਸਿਹਤ ਖਰਾਬ ਹੋ ਜਾਏਗੀ ਜੇ ਇਸੇ ਤਰੀਕੇ ਚੱਲਦਾ ਰਿਹਾ। ਅਤੇ ਫਿਰ ਮੈਂ ਆਪਣੇ ਮੈਨੇਜਰ ਨੂੰ ਮੈਡੀਕਲ ਲੀਵ ਦੇਤੀ ਕਿ ਮੈਂ ਜੀ ਥੋੜ੍ਹੀ ਮੇਰੀ ਤਬੀਅਤ ਖਰਾਬ ਹੈ, ਮੈਂ ਥੋੜ੍ਹੇ ਦਿਨ ਬਾਅਦ ਆਵਾਂਗਾ। ਪਰ ਮੇਰੇ ਮੈਨੇਜਰ ਨੂੰ ਪਤਾ ਲੱਗ ਗਿਆ ਕਿ ਇਹਦਾ ਪੜ੍ਹਾਈ ਕਰਦਾ, ਇਹਦਾ ਸਿਹਤ ਖਰਾਬ ਨਹੀਂ ਹੈਗੀ, ਅਤੇ ਉਹਨੇ ਮੈਨੂੰ ਨੌਕਰੀ ਤੋਂ ਬਾਹਰ ਕੱਢਤਾ। ਹੁਣ ਉਹ ਸਿਚੁਏਸ਼ਨ ਆ ਗਈ ਸੀ ਕਿ ਨੌਕਰੀ ਤੋਂ ਤਾਂ ਚਲਾ ਗਿਆ ਅਤੇ ਕੋਰਸ ਪੂਰਾ ਹੋ ਗਿਆ, ਅਤੇ ਹੁਣ ਨੌਕਰੀ ਸੀ ਨਹੀਂ। ਖੈਰ ਨੌਕਰੀ ਦੀ ਤਲਾਸ਼ ਫਿਰ ਦੁਬਾਰਾ ਸ਼ੁਰੂ ਹੋ ਗਈ। ਨੌਕਰੀ ਦੀ ਤਲਾਸ਼ ਕਰਦੇ ਕਰਦੇ ਮੈਂ ਇੱਕ ਦਿਨ ਪਹੁੰਚਿਆ ਜੀ ਇੱਕ ਇੰਸਟੀਟਿਊਟ ਮਾਲਵੀਆ ਨਗਰ ਦਿੱਲੀ ਵਿੱਚ। ਉਸ ਇੰਸਟੀਟਿਊਟ ਦੇ ਵਿੱਚ ਮੈਂ 2-3 ਚੱਕਰ ਮਾਰੇ। ਉੱਥੋਂ ਦਾ ਮਾਲਕ ਮੈਨੂੰ ਇੱਕ ਦਿਨ ਕਹਿੰਦਾ ਸਰਦਾਰ ਜੀ ਆਪ ਤਾਂ ਮੇਰੇ ਪਿੱਛੇ ਹੀ ਪੜ ਗਏ ਹੋ। ਇੱਦਾਂ ਕਰਦੇ ਕਰਦੇ 13 ਇੰਟਰਵਿਊ ਦੇਣਾ ਪੈ ਗਿਆ ਮੈਨੂੰ। 13 ਇੰਟਰਵਿਊ ਕਿਉਂ ਦਿੱਤੀ ਹੈ? ਕਿਉਂਕਿ ਜਿਹੜਾ ਕੰਮ ਕੰਪਨੀ 'ਚ ਕਰਦਾ ਸੀ ਉਹ ਇੰਟਰਵਿਊ 'ਚ ਪੁੱਛਦੇ ਹੀ ਨਹੀਂ ਸੀ। 13 ਇੰਟਰਵਿਊ ਦੇਣ ਤੋਂ ਬਾਅਦ ਮੈਂ ਨਿਰਾਸ਼ ਹੋ ਗਿਆ, ਬਹੁਤ ਜ਼ਿਆਦਾ ਮੇਰਾ ਦਿਲ ਟੁੱਟ ਗਿਆ। ਮੈਂ ਕਿਹਾ ਯਾਰ ਇਹ ਤਾਂ ਹੋ ਹੀ ਨਹੀਂ ਰਿਹਾ ਮੇਰੇ ਤੋਂ ਕੰਮ, ਕੀ ਕਰੀਏ। ਮੇਰੇ ਕਮਰੇ ਵਿੱਚ 10 ਗੁਰੂਆਂ ਦੀ ਫੋਟੋ ਇੱਕ ਲੱਗੀ ਸੀ। ਮੈਂ ਉੱਥੇ ਅਰਦਾਸ ਕੀਤੀ, ਮੈਂ ਕਿਹਾ ਹੇ ਅਕਾਲ ਪੁਰਖ, ਮੈਂ ਤਾਂ ਆਪਣੀ ਮਿਹਨਤ ਕਰ ਲਈ ਹੈ, ਹੁਣ ਮੇਰੀ ਮਿਹਨਤ ਦਾ ਤਾਂ ਫਲ ਨਹੀਂ ਮੈਨੂੰ ਮਿਲਿਆ, ਹੁਣ ਤੁਸੀਂ ਰਹਿਮਤ ਕਰੋਗੇ ਤਾਂ ਹੀ ਮੇਰੀ ਕੁਛ ਅੱਗੇ ਬਣੇਗੀ ਗੱਲ, ਨਹੀਂ ਤਾਂ ਮੈਂ ਤਾਂ ਹਾਰ ਮੰਨ ਚੁੱਕਾ। ਤੁਸੀਂ ਯਕੀਨ ਨਹੀਂ ਮੰਨੋਗੇ, ਮੇਰੀ ਅਰਦਾਸ ਜਿਵੇਂ ਰੱਬ ਨੇ ਨੇੜੇ ਹੋ ਕੇ ਸੁਣ ਲਈ। ਅਗਲੀ ਹੀ ਇੰਟਰਵਿਊ ਦਿੱਤੀ ਅਗਲੇ ਹੀ ਦਿਨ, ਅਤੇ ਉਹ ਮੈਨੂੰ ਕਹਿੰਦੇ ਜੀ ਤੁਸੀਂ ਆ ਜਾਓ, ਆਫਰ ਲੈਟਰ ਤੁਹਾਡੀ ਰੈਡੀ। ਉਹਨਾਂ ਨੇ ਮੈਨੂੰ ਆਫਰ ਲੈਟਰ ਭੇਜਤੀ। ਉੱਥੋਂ ਮੇਰਾ MNC ਦੇ ਵਿੱਚ ਕੰਮ ਕਰਨ ਦਾ ਸਿਲਸਿਲਾ ਜਾਰੀ ਹੋ ਗਿਆ। ਉੱਥੋਂ ਦਾ ਮੈਨੇਜਰ ਕਹਿੰਦਾ ਜੀ ਭਾਵੇਂ ਮੈਂ ਸਹੀ ਹਾਂ ਭਾਵੇਂ ਗਲਤ ਹਾਂ, ਪਰ ਤੂੰ ਮੇਰੀ ਗੱਲ ਮੰਨਣੀ ਜ਼ਰੂਰ ਹੈ। ਮੈਂ ਕਿਹਾ ਚਲੋ ਠੀਕ ਹੈ, ਥੋੜ੍ਹੇ ਦਿਨ ਤਾਂ ਮੈਂ ਕੱਟ ਲਏ। ਫਿਰ ਇੱਕ ਦਿਨ ਐਸਾ ਸਮਾਂ ਆਇਆ ਕਿ ਇੰਨਾ ਮੇਰਾ ਝਗੜਾ ਹੋ ਗਿਆ ਉਹਦੇ ਮੈਨੇਜਰ ਦੇ ਨਾਲ, ਉਹ ਗੱਲ ਮੇਰੀ ਸੈਲਫ ਰਿਸਪੈਕਟ ਦੇ ਉੱਤੇ ਆ ਗਈ। ਮੈਨੂੰ ਕਹਿੰਦਾ ਜੀ, ਮੈਨੂੰ ਉਹਨੇ ਬਹੁਤ ਮਾੜਾ ਚੰਗਾ ਬੋਲਿਆ, ਅਤੇ ਮਾੜਾ ਚੰਗਾ ਬੋਲਣ ਦੇ ਬਾਅਦ ਮੈਨੂੰ ਇਹ ਲੱਗਣ ਲੱਗ ਪਿਆ ਕਿ ਜਾਂ ਤਾਂ ਮੈਂ ਆਪਣੀ ਸੈਲਫ ਰਿਸਪੈਕਟ ਰੱਖਾਂ ਅਤੇ ਜਾਂ ਇਹ ਨੌਕਰੀ ਰੱਖਾਂ। ਉਸ ਟਾਈਮ 'ਤੇ ਮੇਰਾ ਪੈਕੇਜ ਸੀ 28 ਲੱਖ ਰੁਪਏ ਦਾ। 28 ਲੱਖ ਨੂੰ ਲੱਤ ਮਾਰਨਾ ਬਹੁਤ ਔਖਾ ਸੀ। ਬੜਾ ਸੋਚਿਆ, ਫਿਰ ਮੈਂ ਸੋਚਿਆ ਕਿ ਵੀ ਜੇ ਮੈਂ ਆਪਣਾ ਅੰਦਰੋਂ ਹੀ ਮਰ ਗਿਆ ਅਤੇ ਫਿਰ ਪੈਸੇ ਦਾ ਕੋਈ ਫਾਇਦਾ ਨਹੀਂ। ਫਿਰ ਮੈਂ 28 ਲੱਖ ਦੀ ਨੌਕਰੀ ਨੂੰ ਲੱਤ ਮਾਰ ਕੇ ਉੱਥੋਂ ਤੁਰ ਪਿਆ। ਉੱਥੋਂ ਤੁਰ ਕੇ ਵਾਪਸ ਜਦੋਂ ਆ ਰਿਹਾ ਸੀ ਅਤੇ ਰਸਤੇ ਵਿੱਚ ਬੜੀ ਘਬਰਾਹਟ ਹੋਈ ਕਿ ਹੁਣ ਜ਼ਿੰਦਗੀ 'ਚ ਕਰਨਾ ਕੀ ਹੈ। ਪਰ ਫਿਰ ਵੀ ਅਕਾਲ ਪੁਰਖ ਦੀ ਓਟ ਆਸਰਾ ਲੈ ਕੇ ਉੱਥੋਂ ਤੁਰ ਪਿਆ ਅਤੇ ਆਪਣਾ ਪਹਿਲਾ ਸਟਾਰਟਅਪ ਸ਼ੁਰੂ ਕੀਤਾ। ਪਹਿਲਾ ਸਟਾਰਟਅਪ ਜਦੋਂ ਸ਼ੁਰੂ ਕੀਤਾ ਮੈਂ ਇਕੱਲਾ ਆਦਮੀ ਇੱਥੋਂ ਇੰਡੀਆ ਤੋਂ ਸੀ, 3 ਸਾਡੇ ਕੰਪਨੀ 'ਚੋਂ ਉਹ US ਬੈਠਦੇ ਸੀ। ਅਸੀਂ 4 ਜਣਾਂ ਨੇ ਮਿਲ ਕੇ ਪਹਿਲੀ ਕੰਪਨੀ ਸਟਾਰਟ ਕੀਤੀ। ਉਹ ਪਹਿਲੀ ਕੰਪਨੀ ਸਟਾਰਟ ਕਰਨ ਦੇ ਨਾਲ 1 ਮਹੀਨਾ ਹੀ ਹੋਇਆ ਸੀ ਸਾਨੂੰ, ਇੱਕ ਨਵੀਂ ਕੰਪਨੀ ਨੇ ਸਾਨੂੰ ਆਫਰ ਦੇ ਦਿੱਤੀ, ਕਹਿੰਦੇ ਜੀ ਅਸੀਂ ਤੁਹਾਡੀ ਕੰਪਨੀ ਨੂੰ ਖਰੀਦਣਾ ਚਾਹੁੰਦੇ ਹਾਂ। 3 ਮਹੀਨਿਆਂ ਦੇ ਵਿੱਚ ਉਹ ਕੰਪਨੀ ਸਾਡੀ ਉਹਨਾਂ ਨੇ ਖਰੀਦ ਲਈ ਅਤੇ ਅਸੀਂ 1 ਸਾਲ ਉੱਥੇ ਲਗਾਤਾਰ ਕੰਮ ਕੀਤਾ। 1 ਸਾਲ ਕੰਮ ਕਰਨ ਤੋਂ ਬਾਅਦ ਮੈਂ ਆਪਣੀ ਕੰਪਨੀ ਇੱਕ ਹੋਰ ਨਵੀਂ ਸ਼ੁਰੂ ਕੀਤੀ ਜਿਹਦਾ ਨਾਮ SCM ਚੈਂਪਸ ਹੈ। ਇਹ ਵੀ SAP ਸਪਲਾਈ ਚੇਨ ਕੰਸਲਟਿੰਗ ਕੰਪਨੀ ਹੈ। ਅਸੀਂ ਇੰਡੀਆ ਤੋਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਬਾਹਰ ਦੇ ਦੇਸ਼ਾਂ ਨੂੰ।
ਖੈਰ ਆਸਾਨ ਕੰਮ ਕਰਨਾ, ਬਿਜ਼ਨਸ ਸਟਾਰਟ ਕਰਨਾ ਕੋਈ ਸੌਖੀ ਗੱਲ ਨਹੀਂ। ਇੱਥੇ ਵੀ ਬੜੀਆਂ ਮੁਸੀਬਤਾਂ ਆਈਆਂ। ਇੱਕ ਵਾਰ ਦੀ ਗੱਲ ਹੈ, ਮੈਂ US ਜਾਣਾ ਸੀ ਸ਼ਾਮ ਨੂੰ, ਅਤੇ ਮੇਰੇ ਫਾਦਰ ਦੀ ਤਬੀਅਤ ਖਰਾਬ ਹੋ ਗਈ। ਸੁਬਾਹ ਫੋਨ ਆ ਗਿਆ ਕਿ ਵੀ ਤੂੰ ਦਿੱਲੀ ਤੋਂ ਲੁਧਿਆਣੇ ਆ ਜਾ, ਤੇਰੇ ਫਾਦਰ ਨੂੰ ਉੱਥੇ ਐਡਮਿਟ ਕਰਾਉਣ ਲੱਗੇ। ਕਿੱਥੇ ਮੈਂ ਸ਼ਾਮ ਨੂੰ ਜਾਣਾ ਸੀ ਅਮਰੀਕਾ, ਅਤੇ ਕਿੱਥੇ ਮੈਨੂੰ ਹੌਸਪੀਟਲ ਜਾਣਾ ਪੈ ਗਿਆ। ਹੌਸਪੀਟਲ ICU ਦੇ ਬਾਹਰ ਬੈਠ ਕੇ, ਜਿੱਥੇ ਕਿ ਅੰਦਰ ਮੇਰੇ ਫਾਦਰ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਸੀ, ਉੱਥੇ ਬੈਠ ਕੇ ਬਾਹਰ ਮੈਂ ਆਪਣੇ ਕਲਾਇੰਟ ਦੇ ਇਸ਼ੂਜ਼ ਨੂੰ ਰਿਜ਼ੋਲਵ ਕਰ ਰਿਹਾ ਸੀ। ਇਸ਼ੂਜ਼ ਨੂੰ ਰਿਜ਼ੋਲਵ ਤਾਂ ਕੀਤਾ ਹੀ ਕੀਤਾ, ਉਹਨਾਂ ਦਾ ਕੰਮ ਵੀ ਕੀਤਾ, ਪਰ ਉਸ ਤੋਂ ਵੱਡੀ ਗੱਲ ਇਹ ਹੋਈ ਕਿ ਬਾਅਦ 'ਚੋਂ ਉਹਨਾਂ ਨੇ ਮੇਰੀ 80% ਤੋਂ ਵੱਧ ਪੇਮੈਂਟ ਨਹੀਂ ਦਿੱਤੀ। ਖੈਰ ਮੈਂ ਕਿਹਾ ਜ਼ਿੰਦਗੀ ਦੇ ਵਿੱਚ ਨਫਾ ਨੁਕਸਾਨ ਚੱਲਦਾ ਰਹਿੰਦਾ ਹੈ, ਜਦੋਂ ਜਦ ਚੱਲਦੀ ਰਹਿੰਦੀ ਹੈ, ਅੱਗੇ ਵਧਿਆ ਜਾਏ। ਅੱਗੇ ਵਧੇ ਅਤੇ ਮਾਲਕ ਨੇ ਬਹੁਤ ਕਿਰਪਾ ਕੀਤੀ, ਹੋਰ ਵੀ ਕਲਾਇੰਟ ਸਾਡੇ ਨਾਲ ਜੁੜ ਗਏ ਅਤੇ ਅੱਗੇ ਦੇ ਅੱਗੇ ਕੰਮ ਸ਼ੁਰੂ ਹੋ ਗਿਆ। ਖੈਰ ਇਹ ਤਾਂ ਮੇਰੀ ਜ਼ਿੰਦਗੀ ਦੀ ਲਰਨਿੰਗ ਸੀ, ਪਰ ਮੈਂ ਆਪਣੀ ਪੂਰੀ ਜ਼ਿੰਦਗੀ ਦਾ, ਜੇ ਸਕਸੈਸਫੁਲ ਮੈਂ ਹੋਇਆ ਅੱਜ ਦੀ ਡੇਟ ਵਿੱਚ, ਪੂਰੀ ਜ਼ਿੰਦਗੀ ਦਾ ਕ੍ਰੈਡਿਟ ਦੇਣਾ ਅਕਾਲ ਪੁਰਖ ਨੂੰ, ਜਿਹੜੇ ਕਿ ਹਮੇਸ਼ਾ ਅੰਗ ਸੰਗ ਸਹਾਈ ਰਹੇ ਨੇ, ਜਿਹੜੇ ਕਿ ਮੇਰੇ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਨਾਲ ਰਹੇ ਨੇ। ਦੂਜਾ ਕ੍ਰੈਡਿਟ ਜਿਹੜਾ ਮੈਂ ਦੇਣਾ ਚਾਹੁੰਦਾ, ਉਹ ਮੈਂ ਦੇਣਾ ਚਾਹੁੰਦਾ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ, ਜਿਨ੍ਹਾਂ ਨੂੰ ਸੁਣਨ ਕਰਕੇ ਮੈਂ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ, ਅਤੇ ਹਮੇਸ਼ਾ ਹੀ ਮੈਨੂੰ ਇਹ ਲੱਗਿਆ ਕਿ ਵੀ ਕੰਮ ਕਰਦੇ ਰਹੋ, ਸਕਸੈਸ ਮੈਨੂੰ ਮਿਲ ਜੇਗੀ। ਅਤੇ ਉੱਦਾਂ ਹੀ ਹੋਇਆ, ਕੰਮ ਕਰਦਾ ਰਿਹਾ, ਸਕਸੈਸ ਮਿਲਦੀ ਰਹੀ, ਅਤੇ ਉਹਨੂੰ ਮਿਸ ਕਰਦਾ ਮੈਂ ਬਹੁਤ ਜ਼ਿਆਦਾ। ਲਵ ਯੂ ਸਿੱਧੂ ਮੂਸੇਵਾਲਾ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।